Good morning students. Today we will start next topic, share capital. Share capital may be defined as the capital raised by a company by the issue of shares. ਸੋ ਜੇ ਆਪਾਂ ਗੱਲ ਕਰਦੇ ਹਾਂ ਸ਼ੇਅਰ ਕੈਪੀਟਲ ਦੀ, ਤਾਂ ਸ਼ੇਅਰ ਕੈਪੀਟਲ ਕਿਹੜੀ ਕੈਪੀਟਲ ਹੁੰਦੀ ਹੈ? ਉਹ ਕੈਪੀਟਲ ਜੋ ਕੰਪਨੀ ਕੀ ਕਰਦੀ ਹੈ, ਇਨਵਾਈਟ ਕਰਦੀ ਹੈ ਪਬਲਿਕ ਨੂੰ ਸਬਸਕ੍ਰਾਈਬ ਕਰਨ ਦੇ ਲਈ। ਹੁਣ ਇਨਵੀਟੇਸ਼ਨ ਕਿਸ ਪ੍ਰੋਸੈਸ ਦੇ ਥਰੂ ਪੋਸੀਬਲ ਹੈ? ਪ੍ਰੋਸਪੈਕਟਸ ਇਸ਼ੂ ਕਰਕੇ। ਤਾਂ ਜੇ ਆਪਾਂ ਗੱਲ ਕਰੀਏ ਸ਼ੇਅਰ ਕੈਪੀਟਲ ਦੀ, ਤਾਂ ਸਭ ਤੋਂ ਪਹਿਲਾਂ ਕੰਪਨੀ ਕੀ ਕਰਦੀ ਹੈ? ਪ੍ਰੋਸਪੈਕਟਸ ਇਸ਼ੂ ਕਰਦੀ ਹੈ। ਪ੍ਰੋਸਪੈਕਟਸ ਦੇ ਥਰੂ ਕੀ ਕਰਦੀ ਹੈ? ਪਬਲਿਕ ਨੂੰ ਇਨਵਾਈਟ ਕਰਦੀ ਹੈ ਟੂ ਸਬਸਕ੍ਰਾਈਬ ਦੇਅਰ ਸ਼ੇਅਰਸ ਇਨਟੂ ਦੇਅਰ ਬਿਜ਼ਨਸ। ਤਾਂ ਉਸਨੂੰ ਆਪਾਂ ਕੀ ਕਹਿ ਸਕਦੇ ਹਾਂ? ਸ਼ੇਅਰ ਕੈਪੀਟਲ ਕਹਿ ਸਕਦੇ ਹਾਂ। ਦੈਨ ਦੇਅਰ ਆਰ ਵੈਰੀਅਸ ਟਾਈਪਸ ਆਫ ਸ਼ੇਅਰ ਕੈਪੀਟਲ। ਫਸਟ ਇਜ਼ ਨੋਮੀਨਲ, ਅਥੋਰਾਈਜ਼ਡ ਔਰ ਰਜਿਸਟਰਡ ਸ਼ੇਅਰ ਕੈਪੀਟਲ। ਰਜਿਸਟਰਡ ਜਾਂ ਫਿਰ ਅਥੋਰਾਈਜ਼ਡ ਸ਼ੇਅਰ ਕੈਪੀਟਲ ਕਿਹੜੀ ਸ਼ੇਅਰ ਕੈਪੀਟਲ ਹੁੰਦੀ ਹੈ? ਉਹ ਸ਼ੇਅਰ ਕੈਪੀਟਲ ਜੋ ਕੀ ਹੈ ਇੱਕ ਮੈਕਸੀਮਮ ਅਮਾਊਂਟ ਮੈਂਸ਼ਨ ਕਰ ਦਿੰਦੇ ਨੇ ਮੈਮੋਰੰਡਮ ਆਫ ਐਸੋਸੀਏਸ਼ਨ ਦੇ ਵਿੱਚ ਕਿ ਇਸ ਤੋਂ ਜ਼ਿਆਦਾ ਕੰਪਨੀ ਹੈ ਜਿਹੜੀ ਇਸ ਲਿਮਿਟ ਤੋਂ ਜ਼ਿਆਦਾ ਕੰਪਨੀ ਕੈਪੀਟਲ ਇਸ਼ੂ ਨਹੀਂ ਕਰ ਸਕਦੀ। ਤਾਂ ਆਪਾਂ ਉਸ ਕੈਪੀਟਲ ਨੂੰ ਕੀ ਕਹਿ ਸਕਦੇ ਹਾਂ? ਅਥੋਰਾਈਜ਼ਡ ਜਾਂ ਫਿਰ ਰਜਿਸਟਰਡ ਸ਼ੇਅਰ ਕੈਪੀਟਲ। ਨੈਕਸਟ ਟਾਈਪ ਇਜ਼ ਇਸ਼ੂਡ ਐਂਡ ਸਬਸਕ੍ਰਾਈਬਡ ਸ਼ੇਅਰ ਕੈਪੀਟਲ। ਇਸ ਤੋਂ ਪਹਿਲਾਂ ਆਪਾਂ ਅਥੋਰਾਈਜ਼ਡ ਸ਼ੇਅਰ ਕੈਪੀਟਲ ਜਾਂ ਫਿਰ ਰਜਿਸਟਰਡ ਸ਼ੇਅਰ ਕੈਪੀਟਲ ਕੀਤੀ ਸੀ। ਹੁਣ ਆਪਾਂ ਗੱਲ ਕਰ ਰਹੇ ਹਾਂ ਇਸ਼ੂ ਅਤੇ ਸਬਸਕ੍ਰਾਈਬਡ ਸ਼ੇਅਰ ਕੈਪੀਟਲ ਦੀ। ਤਾਂ ਸਬਸਕ੍ਰਾਈਬਡ ਜਾਂ ਇਸ਼ੂ ਕੈਪੀਟਲ ਕਿਹੜੀ ਹੁੰਦੀ ਹੈ? ਇਹ ਇੱਕ ਪਾਰਟ ਹੁੰਦੀ ਹੈ ਰਜਿਸਟਰਡ ਕੈਪੀਟਲ ਦਾ, ਜੋ ਕੀ ਕੀਤੀ ਜਾਂਦੀ ਹੈਗੀ, ਐਕਚੁਅਲੀ ਇਸ਼ੂ ਕੀਤੀ ਜਾਂਦੀ ਹੈ ਕੰਪਨੀ ਦੇ ਦੁਆਰਾ। ਹੁਣ ਦੇਖੋ, ਮੈਂ ਪਹਿਲਾਂ ਤੁਹਾਨੂੰ ਦੱਸਿਆ ਰਜਿਸਟਰਡ ਕੈਪੀਟਲ। ਰਜਿਸਟਰਡ ਕੀ ਹੁੰਦੀ ਹੈ? ਇੱਕ ਮੈਕਸੀਮਮ ਅਮਾਊਂਟ ਕਿ ਇੱਥੋਂ ਤੱਕ ਹੈ ਜਿਹੜੀ ਕੰਪਨੀ ਉਹ ਕੈਪੀਟਲ ਹੈ ਜਿਹੜੀ ਰੇਜ਼ ਕਰ ਸਕਦੀ ਹੈ। ਬਟ ਜੇ ਆਪਾਂ ਗੱਲ ਕਰੀਏ ਇਸ਼ੂ ਦੀ ਜਾਂ ਸਬਸਕ੍ਰਾਈਬ ਦੀ, ਇਹ ਇੱਕ ਪਾਰਟ ਹੁੰਦਾ ਹੈ ਰਜਿਸਟਰਡ ਕੈਪੀਟਲ ਦਾ ਜੋ ਕੰਪਨੀ ਨੇ ਕੀ ਕਰ ਲਿਆ ਹੈ? ਸਬਸਕ੍ਰਾਈਬ ਕਰ ਲਿਆ ਹੈ ਪਬਲਿਕ ਦੇ ਦੁਆਰਾ। ਦੈਨ ਕਾਲਡ ਅਪ। ਹੁਣ ਦੇਖੋ, ਕਾਲਡ, ਅਨਕਾਲਡ, ਐਪਲੀਕੇਸ਼ਨ, ਅਲਾਟਮੈਂਟ, ਇਹ ਤੁਸੀਂ ਕਾਰਪੋਰੇਟ ਅਕਾਊਂਟਿੰਗ ਦੇ ਵਿੱਚ ਕਰ ਲਿਆ, ਕੰਪਨੀ ਅਕਾਊਂਟਸ ਦੇ ਵਿੱਚ ਕਰ ਲਈਆਂ, ਬੇਸਿਕ ਟਰਮਸ ਨੇ। ਕਾਲਡ ਅਪ ਕੈਪੀਟਲ ਕਿਹੜੀ ਹੋਊਗੀ? ਆਪਾਂ ਜੇ ਗੱਲ ਕਰਦੇ ਨੋਮੀਨਲ ਦੀ ਜਾਂ ਸਬਸਕ੍ਰਾਈਬ ਕੈਪੀਟਲ ਦੀ, ਤਾਂ ਉਸਦਾ ਇੱਕ ਫਰਦਰ ਪਾਰਟ ਜੋ ਕੰਪਨੀ ਕੀ ਕਰ ਰਹੀ ਹੈ? ਕਾਲਡ ਅਪ ਦੇ ਥਰੂ ਮੰਗਵਾ ਰਹੀ ਹੈ। ਉਹ ਕਿਹੜੀ ਹੈ? ਕਾਲਡ ਅਪ। ਜਿਨ੍ਹਾਂ ਦੇ ਲਈ ਨਹੀਂ ਕਾਲ ਹੋਈ, ਕੰਪਨੀ ਨੇ ਨਹੀਂ ਸਬਸਕ੍ਰਾਈਬ ਕੀਤੇ ਜਿਨ੍ਹਾਂ ਦੇ ਸ਼ੇਅਰਸ, ਉਹ ਕਿਹੜੇ ਕੈਪੀਟਲ ਦੇ ਅੰਡਰ ਆਉਂਦੇ ਨੇਗੇ? ਅਨਕਾਲਡ ਕੈਪੀਟਲ ਦੇ। ਦੈਨ ਪੇਡ ਅਪ। ਪੇਡ ਅਪ ਕਿਹੜੀ ਹੁੰਦੀ ਹੈ? ਜਿੰਨੀ ਅਮਾਊਂਟ ਆਪਾਂ ਨੇ ਜਿਹੜੇ ਸ਼ੇਅਰਸ ਅਲਾਟ ਕੀਤੇ ਸੀ ਉਹਨਾਂ ਦੇ ਉੱਪਰ ਪੇਡ ਅਪ ਕੀਤੀ ਗਈ ਹੈ, ਉਹ ਕਿਹੜੀ ਅਮਾਊਂਟ ਹੈ? ਪੇਡ ਅਪ ਕੈਪੀਟਲ। ਦੈਨ ਕੁਛ ਕਲਾਸਿਸ ਨੇ ਕੈਪੀਟਲ ਦੀਆਂ। ਪ੍ਰੈਫਰੈਂਸ, ਇਕੁਇਟੀ, ਤੁਹਾਨੂੰ ਅੱਛੀ ਤਰ੍ਹਾਂ ਪਤਾ ਨਹੀਂ ਕਿ ਪ੍ਰੈਫਰੈਂਸ ਸ਼ੇਅਰ ਕੈਪੀਟਲ ਕੀ ਹੁੰਦੇ ਨੇ, ਇਕੁਇਟੀ ਕੀ ਹੁੰਦੇ ਨੇ। ਦੈਨ ਆਡਿਟ ਆਫ ਸ਼ੇਅਰ ਕੈਪੀਟਲ ਟ੍ਰਾਂਜੈਕਸ਼ਨਸ ਦੀ। ਤਾਂ ਆਡੀਟਰ ਹੈ ਜਿਹੜਾ ਇੱਕ, ਉਹ ਸ਼ੇਅਰ ਕੈਪੀਟਲ ਟ੍ਰਾਂਜੈਕਸ਼ਨਸ ਦੀ ਆਡਿਟਿੰਗ ਕਿਵੇਂ ਕਰ ਸਕਦਾ ਹੈ? ਸਭ ਤੋਂ ਪਹਿਲਾਂ ਕੀ ਹੈ? ਹੀ ਸ਼ੁੱਡ ਇਨਸ਼ੋਰ ਦੈਟ ਦ ਰਿਕੁਆਇਰਮੈਂਟਸ ਐਜ਼ ਲੇਡ ਔਨ ਸੈਕਸ਼ਨ 39 ਐਂਡ 11 ਇਨ ਦਿਸ ਕਨੈਕਸ਼ਨ ਹੈਵ ਬੀਨ ਕੰਪਾਈਲਡ ਵਿਦ। ਵੀ ਜਿੰਨੇ ਵੀ ਮੈਮੋਰੰਡਮ ਆਫ ਐਸੋਸੀਏਸ਼ਨ ਦੇ ਵਿੱਚ ਅਤੇ ਆਰਟੀਕਲਸ ਆਫ ਐਸੋਸੀਏਸ਼ਨ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਨੇ ਕੰਪਨੀਜ਼ ਦੇ ਰਿਕਾਰਡਿੰਗ, ਉਹ ਸਾਰੇ ਕੀ ਨੇ? ਫੁੱਲਫਾਈਲਡ ਨੇ ਜਾਂ ਫਿਰ ਨਹੀਂ। ਦੈਨ ਹੀ ਸ਼ੁੱਡ ਆਲਸੋ ਐਗਜ਼ਾਮਿਨ ਦਾ ਫੋਲੋਇੰਗ ਬੁੱਕਸ, ਅਕਾਊਂਟਸ ਐਂਡ ਆਲ ਡਾਕੂਮੈਂਟਸ। ਉਸ ਤੋਂ ਇਲਾਵਾ ਉਸਨੇ ਕਿਹੜੀਆਂ ਬੁੱਕਸ ਅਤੇ ਅਕਾਊਂਟਸ ਦੀ ਆਡਿਟਿੰਗ ਕਰਨੀ ਹੈ? ਮੈਮੋਰੰਡਮ ਆਫ ਐਸੋਸੀਏਸ਼ਨ, ਆਰਟੀਕਲਸ, ਪ੍ਰੋਸਪੈਕਟਸ, ਡਾਇਰੈਕਟਰ ਦੀਆਂ ਮਿਨਟ ਬੁੱਕਸ। ਮਿਨਟ ਬੁੱਕਸ ਕਿਹੜੀਆਂ ਹੁੰਦੀਆਂ ਨੇਗੀਆਂ? ਵੀ ਜੋ ਡਾਇਰੈਕਟਰਸ ਨੂੰ ਕੀ ਲੱਗਦੇ ਨੇਗੇ, ਵੀ ਪੁਆਇੰਟਸ ਲੱਗਦੇ ਨੇ ਕਿ ਇੰਪੋਰਟੈਂਟ ਨੇ ਇੱਕ ਕੰਪਨੀ ਦੇ ਵਿੱਚ, ਤਾਂ ਉਹ ਨਾਲ ਦੀ ਨਾਲ ਪੁਆਇੰਟਸ ਨੋਟ ਡਾਊਨ ਕਰਦਾ ਰਹਿੰਦਾ। ਤਾਂ ਉਸਨੇ ਕੀ ਕਰਨਾ ਹੁੰਦਾ? ਫਿਰ ਮੀਟਿੰਗ ਦੇ ਵਿੱਚ, ਜਿਹੜੀ ਫਾਈਨਲ ਮੀਟਿੰਗ ਹੁੰਦੀ ਉਸ ਦੇ ਵਿੱਚ ਉਹਨੇ ਸਾਰੇ ਪੁਆਇੰਟਸ ਨੂੰ ਰੱਖਣਾ ਹੁੰਦਾ। ਦੈਨ ਐਪਲੀਕੇਸ਼ਨ, ਕਿੰਨੇ ਅਪਲਾਈ ਕੀਤੇ, ਕਿੰਨੇ ਅਲਾਟ ਕੀਤੇ, ਕਾਪੀਜ਼ ਹੋ ਗਈਆਂ ਅਲਾਟਮੈਂਟ ਦੀਆਂ। ਅਲਾਟਮੈਂਟ ਬੁੱਕ ਅਲੱਗ ਤੋਂ ਬਣਦੀ ਹੈ, ਕਾਲਸ ਬੁੱਕ, ਅਨਕਾਲਸ ਬੁੱਕ, ਕੈਸ਼ ਬੁੱਕ, ਪਾਸਬੁੱਕ। ਜੇ ਕਿਸੇ ਨੂੰ ਐਕਸੈਸ ਮਨੀ ਰੀਫੰਡ ਕੀਤੀ ਹੈ, ਰੀਫੰਡ ਕਦੋਂ ਹੁੰਦੀ ਹੈ? ਜਦੋਂ ਓਵਰ ਸਬਸਕ੍ਰਿਪਸ਼ਨ ਹੋ ਜਾਂਦੀ ਹੈ। ਲਾਈਕ 10,000 ਦੇ ਲਈ ਐਪਲੀਕੇਸ਼ਨ ਸੀ, ਬਟ ਆਪਾਂ ਨੂੰ ਕੋਲ ਕਿੰਨੇ ਆ ਗਏ? 11,000। ਤਾਂ ਉਹ 1,000 ਆਪਾਂ ਕੀ ਕਰ ਦਿੰਦੇ ਹਾਂ? ਰੀਫੰਡ ਕਰ ਦਿੰਦੇ ਹਾਂ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੁੰਦਾ। ਦੈਨ ਆਡਿਟ ਪ੍ਰੋਸੀਜਰ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ? ਆਡਿਟ ਆਫ ਸ਼ੇਅਰਸ ਇਸ਼ੂ ਫॉर ਕੈਸ਼। ਜਿੰਨੇ ਵੀ ਸ਼ੇਅਰਸ ਦੇਖੋ, ਜਾਂ ਤਾਂ ਇੱਕ ਇਸ਼ੂ ਕੈਸ਼ ਦੇ ਲਈ ਹੁੰਦੇ ਨੇ ਜਾਂ ਫਿਰ ਅਦਰ ਦੈਨ ਕੈਸ਼। ਜੋ ਸਮ ਕੰਸੀਡਰੇਸ਼ਨ ਤਾਂ ਹੁੰਦੀ ਹੈ, ਬਟ ਅਦਰ ਦੈਨ ਕੈਸ਼ ਵੀ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਕਿਹਨਾਂ ਦੀ ਗੱਲ ਕਰ ਰਹੇ ਹਾਂ? ਜੋ ਫॉर ਕੈਸ਼ ਨੇ। ਇਹਨਾਂ ਦੇ ਵਿੱਚ ਆਪਾਂ ਨੇ ਕੀ ਦੇਖਣਾ? ਐਪਲੀਕੇਸ਼ਨ ਕਿੰਨੇ ਦੇ ਲਈ ਰਿਸੀਵ ਹੋਈ ਹੈ, ਕਿੰਨੇ ਅਲਾਟ ਕੀਤੇ ਨੇਗੇ, ਓਰੀਜਨਲ ਐਪਲੀਕੇਸ਼ਨਸ ਨੂੰ ਕੰਪੇਅਰ ਕਰਨਾ, ਐਂਟਰੀਜ਼ ਨੂੰ ਐਪਲੀਕੇਸ਼ਨ ਅਤੇ ਅਲਾਟਮੈਂਟ ਦੇ ਵਿੱਚ ਮੈਚ ਕਰਨਾ, ਕੰਪੇਅਰ ਕਰਨਾ, ਅਮਾਊਂਟ ਕਿੰਨੀ ਰਿਸੀਵ ਹੋਈ ਹੈ ਉਸਨੂੰ ਚੈੱਕਆਊਟ ਕਰਨਾ। ਦੈਨ ਐਪਲੀਕੇਸ਼ਨ ਮਨੀ ਡਿਪੋਜ਼ਿਟ ਕਿਸੇ ਬੈਂਕ ਦੇ ਵਿੱਚ ਹੋਈ ਹੈ ਜਾਂ ਕਿਸੇ ਕੰਪਨੀ ਦੇ ਵਿੱਚ, ਜਾਂ ਫਿਰ NBFCs ਲਾਈਕ ਨੋਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀਜ਼ ਹੋ ਗਈਆਂ। ਦੈਨ ਅਮਾਊਂਟ ਜਿੰਨੀ ਵੀ ਰੀਫੰਡ ਕੀਤੀ ਹੈ। ਤਾਂ ਇਹ ਸਾਰਾ ਕੁਛ ਕੀ ਹੈ? ਇੱਕ ਆਡਿਟ ਪ੍ਰੋਸੀਜਰ ਹੈ ਸ਼ੇਅਰਸ ਦੇ ਲਈ। ਕਿਹੜੇ ਸ਼ੇਅਰਸ ਦੇ ਲਈ? ਜਿਹੜੇ ਇਸ਼ੂ ਕੀਤੇ ਜਾਂਦੇ ਨੇ ਕੈਸ਼ ਦੇ ਲਈ। ਦੈਨ ਨੈਕਸਟ ਅਲਾਟਮੈਂਟ ਸਟੇਜ। ਅਲਾਟਮੈਂਟ 'ਤੇ ਆਪਾਂ ਨੂੰ ਪਤਾ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਐਪਲੀਕੇਸ਼ਨ ਦੇਖਾਂਗੇ, ਫਿਰ ਅਲਾਟਮੈਂਟ ਚੈੱਕ ਕਰ ਸਕਦੇ ਹਾਂ।
ਨੈਕਸਟ ਟੋਪਿਕ ਇਜ਼ ਕਾਲ ਸਟੇਜ। ਕਾਲ ਸਟੇਜ ਦੇ ਵਿੱਚ ਕੀ ਦੇਖਣਾ, ਆਡੀਟਰ ਨੇ ਡਾਇਰੈਕਟਰ ਦੀ ਮਿਨਟਸ ਬੁੱਕ ਦੇਖਣੇ ਨੇ। ਹੀ ਸ਼ੁੱਡ ਚੈੱਕ ਦਾ ਐਂਟਰੀਜ਼ ਇਨ ਦਾ ਕਾਲਸ ਬੁੱਕ ਫਰਮ ਕਾਪੀਜ਼ ਆਫ ਕਾਲ ਲੈਟਰਸ। ਤਾਂ ਨਾਲ ਦੀ ਨਾਲ ਉਸਨੇ ਹਰ ਇੱਕ ਕਾਲ ਜਿਹੜੀ ਕਾਪੀਜ਼ ਨੇ ਉਹਨਾਂ ਨੂੰ ਚੈੱਕ ਆਊਟ ਕਰਨਾ ਹੈ, ਕੰਪੇਅਰ ਕਰਨਾ, ਟੋਟਲ ਅਮਾਊਂਟ ਕਿੰਨੀ ਡਿਊ ਹੈ, ਕਿੰਨੀ ਪੇ ਹੋ ਚੁੱਕੀ ਹੈ, ਅਤੇ ਕਾਲਸ ਰਿਸੀਵ ਕਿੰਨੀਆਂ ਹੋਈਆਂ ਨੇ, ਅਨਕਾਲਡ ਕਿੰਨੀ ਕੈਪਟਲ, ਸਾਰਾ ਕੁਛ ਵੈਰੀਫਾਈ ਕਰਨਾ ਹੈ। ਦੈਨ ਪੋਸਟਿੰਗਸ ਪ੍ਰੋਪਰ ਹੋਈ ਹੈ, ਕੈਸ਼ ਬੁੱਕ ਅਤੇ ਪਾਸਬੁੱਕ ਦੇ ਵਿੱਚ ਮੈਚ ਹੈ ਆਪਸ ਦੇ ਵਿੱਚ ਜਾਂ ਫਿਰ ਨਹੀਂ ਹੈ, ਤਾਂ ਇਹ ਸਾਰਾ ਕੁਛ ਇੱਕ ਆਡੀਟਰ ਨੇ ਵੈਰੀਫਾਈ ਕਰਨਾ ਹੈ ਐਟ ਦਾ ਐਂਡ। ਦੈਨ ਕੁਛ ਅਦਰ ਜਨਰਲ ਡਿਊਟੀਜ਼ ਹੁੰਦੀਆਂ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਡਿਟ ਆਫ ਸ਼ੇਅਰਸ ਇਸ਼ੂ ਫॉर ਕੰਸੀਡਰੇਸ਼ਨ ਅਦਰ ਦੈਨ ਕੈਸ਼। ਮੈਂ ਤੁਹਾਨੂੰ ਦੱਸ ਚੁੱਕੀ ਕਿ ਇੱਕ ਤਾਂ ਕੈਸ਼ ਦੇ ਲਈ ਹੁੰਦੇ ਨੇ ਸ਼ੇਅਰਸ, ਇੱਕ ਹੁੰਦੇ ਨੇ ਕੁਛ ਕੰਸੀਡਰੇਸ਼ਨ ਦੇ ਲਈ ਬਟ ਅਦਰ ਦੈਨ ਕੈਸ਼। ਹੁਣ ਜੇ ਆਪਾਂ ਗੱਲ ਕਰੀਏ ਕੰਸੀਡਰੇਸ਼ਨ ਦੀ ਅਦਰ ਦੈਨ ਕੈਸ਼, ਤਾਂ ਦੇਖੋ ਜਾਂ ਤਾਂ ਆਪਾਂ ਸ਼ੇਅਰਸ ਇਸ਼ੂ ਕਰ ਰਹੇ ਹਾਂ ਕੈਸ਼ ਦੇ ਬਦਲੇ ਦੇ ਵਿੱਚ, ਜਾਂ ਫਿਰ ਕਰ ਰਹੇ ਹਾਂ ਕਈ ਵਾਰ ਕੋਈ ਐਸੈਟਸ ਦੇ ਬਦਲੇ ਦੇ ਵਿੱਚ, ਤਾਂ ਆਪਾਂ ਐਂਟਰੀ ਕੀ ਕਰਦੇ ਹੁੰਦੇ ਹਾਂ, ਵੈਂਡਰ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ ਅਕਾਊਂਟ। ਕਿਉਂਕਿ ਦੇਖੋ ਜੇ ਤਾਂ ਕੈਸ਼ ਦੀ ਗੱਲ ਤਾਂ ਆਪਾਂ ਕਰ ਦਿੰਦੇ ਹਾਂ ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ ਐਪਲੀਕੇਸ਼ਨ ਅਕਾਊਂਟ, ਬਟ ਇੱਥੇ ਗੱਲ ਨਹੀਂ ਹੋ ਰਹੀ ਕੈਸ਼ ਦੀ, ਇੱਥੇ ਅਦਰ ਦੈਨ ਕੈਸ਼ ਹੈ, ਤਾਂ ਕੋਈ ਐਸੈਟ ਵਗੈਰਾ ਵੀ ਹੋ ਸਕਦਾ, ਤਾਂ ਆਪਾਂ ਕੀ ਕਰਦੇ ਹਾਂ, ਵੈਂਡਰ ਅਕਾਊਂਟ ਡੈਬਿਟ। ਦੇਖੋ ਸ਼ੇਅਰਸ ਮੇ ਬੀ ਇਸ਼ੂਡ ਐਜ਼ ਪਾਰਸ਼ਲੀ ਪੇਡ ਔਰ ਫੁੱਲੀ ਪੇਡ, ਫੁੱਲੀ ਵੀ ਹੋ ਸਕਦੇ ਨੇ ਅਤੇ ਪਾਰਸ਼ਲੀ ਵੀ ਹੋ ਸਕਦੇ ਨੇ। ਤਾਂ ਆਪਾਂ ਨੇ ਪਰਚੇਜ਼ ਪ੍ਰਾਈਸ ਟੂ ਦੀ ਵੈਂਡਰ, ਦੇਖੋ ਆਪਾਂ ਨੇ ਪੇਮੈਂਟ ਕਿਸ ਦੀ ਚੈੱਕਆਊਟ ਕਰਨੀ ਹੈ ਇੱਥੇ, ਪਰਚੇਜ਼ ਪ੍ਰਾਈਸ ਟੂ ਦੀ ਵੈਂਡਰ। ਵੈਂਡਰ ਕੌਣ ਦੇ ਵਿੱਚ ਜਿਸਨੂੰ ਆਪਾਂ ਐਸੈਟ ਆਪਣਾ ਦੇ ਰਹੇ ਹਾਂ, ਆਫ ਦਾ ਬਿਜ਼ਨਸ ਟੇਕਨ ਓਵਰ ਬਾਈ ਦੀ ਕੰਪਨੀ। ਜਾਂ ਫਿਰ ਅੰਡਰ ਰਾਈਟਰਸ, ਅੰਡਰ ਰਾਈਟਰ ਕੌਣ ਹੁੰਦੇ ਨੇ ਵੀ ਜੋ ਸ਼ੇਅਰਸ ਨੂੰ ਪਬਲਿਕ ਨਹੀਂ ਸਬਸਕ੍ਰਾਈਬ ਕਰਦੀ, ਉਹ ਰਿਮੇਨਿੰਗ ਸ਼ੇਅਰਸ ਨੂੰ ਜੋ ਪਰਸਨ ਸਬਸਕ੍ਰਾਈਬ ਕਰ ਲੈਂਦਾ ਕੰਪਨੀ ਦੇ ਲਈ, ਉਹ ਕੌਣ ਹੁੰਦੇ ਨੇ, ਅੰਡਰ ਰਾਈਟਰ ਹੁੰਦੇ ਨੇ। ਬਟ ਇਹਨਾਂ ਦਾ ਕੁਛ ਅੰਡਰ ਰਾਈਟਰ ਕਮਿਸ਼ਨ ਫਿਕਸ ਹੁੰਦਾ ਇਸ ਚੀਜ਼ ਦੇ ਲਈ। ਦੈਨ ਟੂ ਦੀ ਐਗਜ਼ਿਸਟਿੰਗ ਸ਼ੇਅਰ ਹੋਲਡਰ, ਐਗਜ਼ਿਸਟਿੰਗ ਸ਼ੇਅਰ ਹੋਲਡਰ ਆਪਾਂ ਕੀ ਪੇ ਕਰਦੇ ਹਾਂ, ਬੋਨਸ ਦੇ ਤੌਰ 'ਤੇ। ਹੋ ਸਕਦਾ ਆਪਾਂ ਨੂੰ ਉਹਨੂੰ ਕੋਈ ਐਸੈਟ ਦੇ ਰਹੇ ਹਾਂ ਬੋਨਸ ਦੇ ਤੌਰ 'ਤੇ। ਦੈਨ ਇਸ਼ੂ ਆਫ ਸ਼ੇਅਰਸ ਟੂ ਅੰਡਰ ਰਾਈਟਰ, ਅੰਡਰ ਰਾਈਟਰ ਨੂੰ ਜੇਕਰ ਆਪਾਂ ਨੇ ਸ਼ੇਅਰਸ ਇਸ਼ੂ ਕੀਤੇ ਨੇ ਤਾਂ ਆਪਾਂ ਕੀ ਕੁਛ ਚੈੱਕਆਊਟ ਕਰਨਾ ਹੈ, ਕੰਟਰੈਕਟ ਦਾ ਪਹਿਲਾਂ ਗੱਲ ਤਾਂ ਫਾਰਮ ਦੇਖਣੀ ਆਪਣੀ ਵੀ ਕਿਹੜੀ ਫਾਰਮ ਦੇ ਵਿੱਚ ਕੰਟਰੈਕਟ ਹੋਇਆ, ਟਰਮਸ ਕੰਡੀਸ਼ਨ ਚੈੱਕ ਕਰਾਂਗੇ। ਫਿਰ ਆਪਾਂ ਪ੍ਰੋਸਪੈਕਟਸ ਦੀ ਐਗਜ਼ਾਮੀਨੇਸ਼ਨ ਕਰਾਂਗੇ, ਡਾਇਰੈਕਟਰ ਦੀਆਂ ਮਿਨਟਸ ਬੁੱਕਸ ਹੈ ਜਾਂ ਨਹੀਂ ਪ੍ਰੋਪਰ, ਆਰਟੀਕਲਸ ਆਫ ਐਸੋਸੀਏਸ਼ਨ ਵੇਖਾਂਗੇ। ਦੈਨ ਆਪਣੇ ਕੋਲ ਕੀ ਹੈ, ਇਸ਼ੂ ਆਫ ਬੋਨਸ ਸ਼ੇਅਰ। ਬੋਨਸ ਸ਼ੇਅਰ ਕਿਸ ਨੂੰ ਪੇ ਕੀਤੇ ਜਾਂਦੇ ਨੇ, ਐਗਜ਼ਿਸਟਿੰਗ ਸ਼ੇਅਰ ਹੋਲਡਰ ਨੂੰ। ਕਿਸ ਚੀਜ਼ ਨੂੰ ਪੇ ਕੀਤੇ ਜਾਂਦੇ ਨੇ, ਜਾਂ ਤਾਂ ਇਹ ਫਰੀ ਰਿਜ਼ਰਵਸ ਦੇ ਵਿੱਚੋਂ, ਜਾਂ ਫਿਰ ਸਿਕਿਉਰਿਟੀਜ਼ ਪ੍ਰੀਮੀਅਮ ਅਕਾਊਂਟ ਦੇ ਵਿੱਚੋਂ, ਜਾਂ CRR। CRR ਲਾਈਕ ਕੈਪੀਟਲ ਰਿਡਕਸ਼ਨ ਰਿਜ਼ਰਵ ਅਕਾਊਂਟ। ਦੈਨ ਆਪਾਂ ਅਦਰ ਕੰਡੀਸ਼ਨਸ ਵੀ ਚੈੱਕਆਊਟ ਕਰਦੇ ਹਾਂ ਕਿ ਆਰਟੀਕਲਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਜਾਂ ਨਹੀਂ, ਰਿਕੋਮੈਂਡੇਸ਼ਨਸ ਅਕੋਰਡਿੰਗ ਹੈ, ਬੋਰਡ ਦੇ ਅਕੋਰਡਿੰਗ, ਜਾਂ ਫਿਰ ਕੋਈ ਡਿਫਾਲਟ ਵਗੈਰਾ ਤਾਂ ਨਹੀਂ ਇੰਟਰਸਟ ਜਾਂ ਪ੍ਰਿੰਸੀਪਲ ਅਮਾਊਂਟ ਦੇ ਵਿੱਚ। ਜੇਕਰ ਪਾਰਸ਼ਲੀ ਪੇਡ ਸ਼ੇਅਰਸ ਨੇ ਤਾਂ ਆਊਟਸਟੈਂਡਿੰਗ ਅਮਾਊਂਟ ਦੀ ਡਿਊ ਡੇਟ ਕੀ ਹੈ, ਲਾਸਟ ਡੇਟ ਕੀ ਹੈ, ਤਾਂ ਇਹ ਸਾਰਾ ਕੁਛ ਆਪਾਂ ਚੈੱਕਆਊਟ ਕਰਾਂਗੇ ਕਿਸ ਚੀਜ਼ ਤੋਂ ਪਹਿਲਾਂ, ਬੋਨਸ ਸ਼ੇਅਰਸ ਨੂੰ ਇਸ਼ੂ ਕਰਨ ਤੋਂ ਪਹਿਲਾਂ। ਨੈਕਸਟ ਟੋਪਿਕ ਇਜ਼ ਰੀਡੀਮੇਬਲ ਪ੍ਰੈਫਰੈਂਸ ਸ਼ੇਅਰਸ। ਇੱਕ ਤਾਂ ਰੀਡੀਮੇਬਲ ਹੁੰਦੇ ਨੇ, ਇੱਕ ਰੀਡੀਮੇਬਲ। ਰਿਡੀਮਡ ਕਿਹੜੇ ਹੁੰਦੇ ਨੇਗੇ ਵੀ ਜਿਹੜੇ ਆਪਾਂ ਆਫਟਰ ਟਾਈਮ ਉਹਨੂੰ ਰੀਨਿਊ ਜਾਂ ਫਿਰ ਰੀਇਸ਼ੂ ਰਿਡੀਮ ਕਰ ਸਕਦੇ ਹੁੰਦੇ ਆ। ਤਾਂ ਰਿਡੀਮ ਸ਼ੇਅਰਸ ਆਪਾਂ ਕਦੋਂ ਕਰ ਸਕਦੇ ਹਾਂ, ਜੇਕਰ ਉਹ ਕੀ ਹੋਣਗੇ, ਫੁੱਲੀ ਪੇਡ ਅਪ ਹੋਣਗੇ, ਉਹਨਾਂ ਸ਼ੇਅਰਸ ਨੂੰ ਆਪਾਂ ਰਿਡੀਮ ਕਰ ਸਕਦੇ ਹਾਂ। ਜਿਹੜੇ ਸ਼ੇਅਰਸ ਕੀ ਹੋਣਗੇ, ਫੁੱਲੀ ਪੇਡ ਅਪ ਨਹੀਂ, ਆਪਾਂ ਉਹਨਾਂ ਨੂੰ ਕਦੇ ਵੀ ਰਿਡੀਮ ਨਹੀਂ ਕਰ ਸਕਦੇ। ਨੋ ਸੱਚ ਸ਼ੇਅਰ ਸ਼ੈਲ ਬੀ ਰਿਡੀਮਡ ਐਕਸੈਪਟ ਆਊਟ ਆਫ ਪ੍ਰੋਫਿਟ which are available for distribution of dividend or out of proceeds of fresh issue of shares for redemption। ਮੀਨਸ ਕੀ ਹੈ ਇਸ ਲਾਈਨ ਦਾ ਕਿ ਨੋ ਸੱਚ ਸ਼ੇਅਰ ਸ਼ੈਲ ਬੀ ਰਿਡੀਮਡ, ਆਪਾਂ ਸ਼ੇਅਰਸ ਨੂੰ ਰਿਡੀਮ ਨਹੀਂ ਕਰ ਸਕਦੇ, ਬਟ ਇੱਕ ਐਕਸੈਪਸ਼ਨਲ ਕੇਸ ਹੈ ਵੀ ਜਿਹੜੇ ਆਊਟ ਆਫ ਪ੍ਰੋਫਿਟਸ ਆਫ ਦੀ ਕੰਪਨੀ ਹੁੰਦੇ ਨੇ, ਜੋ ਡਿਸਟਰੀਬਿਊਸ਼ਨ ਦੇ ਲਈ ਅਵੇਲੇਬਲ ਹੁੰਦੇ ਨੇ, ਆਪਾਂ ਸਿਰਫ ਉਹਨਾਂ ਨੂੰ ਹੀ ਰਿਡੀਮ ਕਰ ਸਕਦੇ ਹਾਂ। ਵੇਅਰ ਸੱਚ ਸ਼ੇਅਰਸ ਆਰ ਰਿਡੀਮਡ ਆਊਟ ਆਫ ਪ੍ਰੋਫਿਟਸ ਅਵੇਲੇਬਲ ਫॉर ਡਿਵੀਡੈਂਡ ਡਿਸਟਰੀਬਿਊਸ਼ਨ CRR ਸ਼ੈਲ ਬੀ ਕ੍ਰੀਏਟਡ। ਜੇਕਰ ਆਪਾਂ ਸ਼ੇਅਰਸ ਨੂੰ ਰਿਡੀਮ ਕਰ ਰਹੇ ਹਾਂ ਪ੍ਰੋਫਿਟਸ ਦੇ ਵਿੱਚੋਂ, ਤਾਂ ਆਪਾਂ ਨੂੰ ਇੱਕ ਅਕਾਊਂਟ ਦੱਸਣਾ ਪੈਂਦਾ CRR।